जी आਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ ਨੰਬਰ 2 ਭਿੰਨਾਂ ਅਤੇ ਦਸ਼ਮਲਵ ਅਭਿਆਸ ਨੰਬਰ 2.7 ਜੋ ਕਿ ਇਸ ਪਾਠ ਦਾ ਆਖਰੀ ਅਭਿਆਸ ਹੈ ਤੇ ਇਸ ਅਭਿਆਸ ਵਿੱਚ 7 ਸਵਾਲ ਨੇ। 7 ਸਵਾਲ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ, ਸੋ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣੋ ਤੇ ਜਿਹੜੇ ਹੱਲ ਤੁਹਾਡੇ ਲਈ ਕੀਤੇ ਗਏ ਨੇ ਉਹਨਾਂ ਨੂੰ ਆਪਣੀ ਨੋਟਬੁੱਕ ਵਿੱਚ ਉਤਾਰ ਲਓ, ਪਰ ਮਗਰੋਂ ਦੀ ਸਾਰੇ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਜ਼ਰੂਰ ਕਰੋ ਤੇ ਆਪਣੇ ਜਿਹੜੇ ਉੱਤਰ ਤੁਹਾਡੇ ਆਉਂਦੇ ਨੇ ਉਹਨਾਂ ਦਾ ਮਿਲਾਨ ਕਰਕੇ ਦੇਖੋ ਕਿ ਤੁਹਾਡੇ ਕੋਲ ਸਵਾਲ ਠੀਕ ਹੋਏ ਹਨ ਜਾਂ ਨਹੀਂ। ਠੀਕ ਹੈ, ਸੋ ਸ਼ੁਰੂ ਕਰੀਏ। ਸੋ ਪਹਿਲਾ ਸਵਾਲ ਵਿੱਚ ਹੇਠ ਲਿਖਿਆਂ ਵਿੱਚ ਦਸ਼ਮਲਵ ਸੰਖਿਆ ਨੂੰ 10, 100 ਜਾਂ 1000 ਨਾਲ ਭਾਗ ਕਰਕੇ ਹੱਲ ਕਰੋ। ਪਿਛਲੇ ਅਭਿਆਸ ਵਿੱਚ ਅਸੀਂ ਗੁਣਾ ਕੀਤੀ ਸੀ ਬੱਚਿਓ, ਇਸ ਅਭਿਆਸ ਵਿੱਚ ਅਸੀਂ ਭਾਗ ਕਰਾਂਗੇ। ਸੋ ਬੱਚਿਓ 10, 100, 1000 ਜਿੱਦਾਂ ਇੱਦਾਂ ਦੀ ਸੰਖਿਆਵਾਂ ਹੋਣ ਤੇ ਭਾਗ ਕਰਨਾ ਬੜਾ ਸੌਖਾ ਹੈ। ਭਾਗ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਦਸ਼ਮਲਵ ਬਿੰਦੂ ਹੈ ਉਹ ਖੱਬੇ ਪਾਸੇ ਖਿਸਕ ਜਾਂਦਾ ਹੈ। ਜੇ 10 ਨਾਲ ਭਾਗ ਕਰੋ ਕਿਉਂਕਿ ਇੱਕ ਸਿਫਰ ਹੈ ਸੋ ਇੱਕ ਥਾਂ ਖਿਸਕੇਗਾ। 100 ਵਿੱਚ 2 ਸਿਫਰ ਨੇ ਸੋ ਖੱਬੇ ਪਾਸੇ 2 ਥਾਂ ਖਿਸਕੇਗਾ। ਸੋ 1000 'ਚ 3 ਸਿਫਰਾਂ ਨੇ ਤੇ ਇਸ ਕਰਕੇ 3 ਥਾਂ ਖਿਸਕੇਗਾ। ਇਸੇ ਤਰ੍ਹਾਂ ਜੇ 10,000 ਨਾਲ ਭਾਗ ਕਰਨਾ, 10,000 ਵਿੱਚ 4 ਸਿਫਰ ਹੁੰਦੇ ਨੇ ਜੋ 4 ਥਾਂ ਖਿਸਕੇਗਾ। ਸੋ ਅਸੀਂ ਉੱਦਾਂ ਵੀ ਕਰਾਂਗੇ ਤੇ ਖਿਸਕਣ ਵਾਲੇ ਜਿਹੜੇ ਸਿਧਾਂਤ ਦੇ ਨਾਲ, ਤੇ ਅਸੀਂ ਉਹਨੂੰ ਪੂਰਾ ਖੋਲ ਕੇ ਵਿਸਤਾਰ ਨਾਲ ਪੜਾਅ ਦਰ ਪੜਾਅ ਵੀ ਕਰਾਂਗੇ। ਠੀਕ ਹੈ, ਸੋ ਜਿੱਦਾਂ 2.7 2.7 ਭਾਗ 10। ਸੋ ਦਸ਼ਮਲਵ ਹਟਾਇਆ ਪਹਿਲੇ, ਇਹਨੂੰ ਭਿੰਨ ਵਿੱਚ ਤਬਦੀਲ ਕਰਾਂਗੇ। 2.7 ਦਾ ਮਤਲਬ 27/10 ਭਾਗ 10। ਸੋ ਭਾਗ ਦਾ ਮਤਲਬ ਕੀ ਹੈ ਬੱਚਿਓ? ਗੁਣਾ ਕਰਕੇ ਉਲਟ ਕਰਨ, ਜੋ ਅਸੀਂ ਪਹਿਲੇ ਕੀਤਾ ਹੈ ਪਿਛਲੀਆਂ ਜਿਹੜੀਆਂ ਸਾਡੀਆਂ ਸੀਗੀਆਂ ਇਹ ਅਭਿਆਸ। ਠੀਕ ਹੈ, ਸੋ 27/10 ਭਾਗ ਦਾ ਮਤਲਬ ਹੈ ਗੁਣਾ 1/10। ਸੋ 10 ਗੁਣਾ 10 100 ਹੋ ਗਿਆ, 27/100 ਹੋ ਗਿਆ। ਸੋ 1 ਤੇ 2, 1 ਤੇ 2, ਸੋ ਇਹ ਆ ਗਿਆ 0.27। ਤੇ ਜਿਵੇਂ ਜਵਾਨੀ ਕਰਨਾ ਹੋਵੇ, ਦੇਖੋ ਇੱਕ ਸਿਫਰ ਹੈਗੀ ਹੈ ਸੋ ਇੱਕ ਥਾਂ ਖਿਸਕ ਜਾਏਗਾ, 0.27 ਹੋ ਜਾਏਗਾ। 2.7 ਦਾ ਬਣ ਜਾਏਗਾ 0.27 ਕਿਉਂਕਿ ਇੱਕ ਸਿਫਰ ਹੈ। ਇੱਦਾਂ ਹੀ ਆ, ਦੇਖੀਏ ਇੱਕ ਸਿਫਰ ਹੈਗੀ ਹੈ ਸੋ ਦਸ਼ਮਲਵ ਥਾਂ ਇੱਕ ਥਾਂ ਸ਼ਿਫਟ ਹੋ ਜਾਏਗਾ। ਸੋ ਆਂਸਰ ਆਏਗਾ 0.335, 0.335। ਜਿੱਦਾਂ ਕਰੀਏ ਸੋ 3.35 ਹੈ ਇੱਥੇ 1 2, ਸੋ 335/100 ਭਾਗ 10, ਭਾਗ 10 ਦਾ ਬਣ ਜਾਏਗਾ ਗੁਣਾ 1/10। ਸੋ ਇਹ ਬਣ ਗਿਆ 335/1000। 1 2 3, 3 ਸਿਫਰ ਹੈ 1 2 3, 1 2 3, ਸੋ ਇੱਥੇ 0.335 ਆ ਗਿਆ। ਠੀਕ ਹੈ, ਫਿਰ ਆ ਗਿਆ 0.15 ਭਾਗ 10। ਫਿਰ ਇੱਕ ਸਿਫਰ ਹੈਗੀ ਹੈ ਸੋ ਇਹਨੂੰ ਚੱਕ ਕੇ ਇੱਥੇ ਲੈ ਆਇਆ ਹੋਇਆ, ਇਹ ਆ ਜਾਏਗਾ ਸਿਫਰ ਨਹੀਂ 0.015 ਹੈ। ਦੇਖੋ 0.015 ਆ ਗਿਆ, ਇੱਕ ਥਾਂ ਖੱਬੇ ਪਾਸੇ ਖਿਸਕ ਗਿਆ। ਨਹੀਂ ਤੇ ਇਹਨੂੰ ਇੱਦਾਂ ਕਰਾਂਗੇ 1 2 ਇਹਨਾਂ, ਸੋ 0.15 ਦਾ 0.15 ਦਾ ਮਤਲਬ ਕੀ ਹੈ 15/100 ਭਾਗ 10, ਅਰਥਾਤ 15/100 ਗੁਣਾ 1/10। ਤੇ ਹੁਣ ਥੱਲੇ 3 ਸਿਫਰ ਹੋ ਗਏ 1 2 3, ਸੋ 1 2 3, ਸੋ 0.015। ਠੀਕ ਹੈ, ਸੋ 32.7 ਭਾਗ 10, ਇਹਦਾ ਮਤਲਬ ਹੈ 327/10 ਭਾਗ 10, ਅਰਥਾਤ 327/10 ਗੁਣਾ 1/10। ਸੋ 2 ਸਿਫਰ ਹੋ ਗਏ ਥੱਲੇ, ਸੋ 1 ਤੇ 2, 3.27। ਅੱਗੇ ਚਲੀਏ, ਫਿਰ ਆ ਗਿਆ ਬੱਚਿਓ ਉਹੀ ਸਵਾਲ ਹੈ ਅਗਲੇ ਭਾਗ 5.72 ਭਾਗ 100। ਠੀਕ ਹੈ, ਇਹਦਾ ਮਤਲਬ ਹੈ ਇਹ ਦਸ਼ਮਲਵ ਹਟਾਤਾ ਤੇ 2 ਅੰਕ ਨੇ 72 ਹੈ ਨਾ, ਸੋ 572/100 ਭਾਗ ਦਾ ਮਤਲਬ ਹੈ ਗੁਣਾ ਤੇ 100 ਦਾ ਫਿਰ ਜਿਹੜੇ ਅਸੀਂ ਭਾਗ ਨੂੰ ਗੁਣਾ ਚ ਕਰਾਂਗੇ ਤੇ 100 ਨੂੰ 1/100 ਕਰਨਾ ਪਏਗਾ, 1/100। ਸੋ ਥੱਲੇ ਦਸ਼ਮਲਵ, ਥੱਲੇ ਸਿਫਰ ਕਿੰਨੇ ਨੇ 1 2 3 4, ਸੋ ਇਹਦਾ ਮਤਲਬ ਕੀ ਹੋਇਆ 1 2 3 ਤੇ ਚੌਥਾ ਸਿਫਰ ਲਾ ਕੇ ਇੱਥੇ ਦਸ਼ਮਲਵ ਲੱਗ ਜਾਏਗਾ। ਤੇ ਜਿਵੇਂ ਇਦਾਂ ਕਰਨਾ ਹੋਵੇ 2 ਸਿਫਰ ਨੇ ਸੋ 1 ਤੇ ਸਿਫਰ ਪਾ ਕੇ ਦਸ਼ਮਲਵ 2 ਥਾਂ ਤੇ ਦਸ਼ਮਲਵ ਬਿੰਦੂ ਖਿਸਕ ਗਿਆ ਖੱਬੇ ਪਾਸੇ। ਇਸੇ ਤਰ੍ਹਾਂ 23.75 ਭਾਗ 100, ਇਹਦਾ ਉਹਨੇ 2375/100 ਗੁਣਾ 1/100। ਸੋ 1 2 3 4, 1 2 3 4, 0.2375। ਠੀਕ ਹੈ, 532.73 ਭਾਗ 100, ਇਹਦਾ ਮਤਲਬ ਹੈ 53,273/100 ਕਿਉਂਕਿ 73 ਦੋ ਅੰਕਾਂ ਦੀ ਸੰਖਿਆ ਹੈ 1 2, ਸੋ ਥੱਲੇ 100 ਆਏਗਾ ਗੁਣਾ 1/100 ਹੋ ਜਾਏਗਾ। ਥੱਲੇ ਹੁਣ 4 ਸਿਫਰ ਹੋ ਗਏ 1 2 3 4, ਸੋ 1 2 3 4, 5.3273। ਫਿਰ ਆ ਗਿਆ ਬੱਚਿਓ 1.321 ਭਾਗ 100, ਇਹਦਾ ਮਤਲਬ ਹੈ 1 2 3, ਅਰਥਾਤ ਦਸ਼ਮਲਵ ਹਟਾਉਣ ਲਈ ਮੈਨੂੰ 1000 ਨਾਲ ਭਾਗ ਕਰਨਾ ਪਏਗਾ
1321 बटा 1000 भाग 100 का मतलब है गुणा 1 बटा 100 थले हम 5 सिफर हो गए 1 2 3 4 5 सो 1 2 3 4 ते पंजवां सिफर ला के इत्थे दशमलव लग गया दशमलव 0 1 3 2 1 ठीक है। अगे चलिए अगला आ गया 2.5 भाग 1000 ठीक है बच्चों। सो 2.5 का मतलब 25 बटा 10 ते दशमलव 1000 का मतलब है मतलब भाग 1000 का मतलब है गुणा 1 बटा 1000 सो थले हम 4 सिफर हो गए 1 2 3 4 सो है 1 2 3 ते 4 करके इत्थे वो करता दशमलव लगाता ठीक है। सो 53.83 बटा भाग 1000 सो 53.83 का मतलब है 5383 बटा 100 भाग 1000 का मतलब गुणा 1 बटा 1000 सो थले कितने सिफर हो गए 1 2 3 4 5 सो 1 2 3 4 ते पंजवां पूरा करने सिफर लगा के इत्थे दशमलव ठीक है। अगे चलिए 217.35 भाग 1000 सो 217.35 का मतलब है यह दशमलव हटा के 217.35 बटा 100 ते भाग 1000 का मतलब गुणा 1 बटा 1000 थले सिफर हो गए हम 5 1 2 3 4 5 सो 1 2 3 4 5 दशमलव इत्थे लग जाएगा ते बन गया दशमलव 2 1 7 3 5 हुण बच्चों दशमलव 2 भाग 1000 सो दशमलव 2 का मतलब की है 2 बटा 10 ठीक है ते गुणा 1 बटा 1000 थले 4 सिफर हो गए सो 1 2 3 4 इत्थे लग गया दशमलव सो बन गया दशमलव 0 0 0 2। अगे चलिए हुण आ गया दूजा सवाल दशमलव संख्या नूं पूर्ण संख्या नाल भाग करके हल करो। उसी ढंग का सवाल है बच्चों जिथे भाग आ जाए भाग नूं गुणा कर दो जिन्ना भाग करना उहदा उल्ट क्रम कर दो ठीक है। सो 7.5 का मतलब है 75 बटा 10 गुणा भाग का 5 का मतलब है गुणा 1 बटा 5 सो बच्चे 5 ना कटदा इत्थे कट लैने चलो 5 एकम 5 ते 15 पंजे 75 सो 15 पंजे 75 हो गया साडा ऐसा लिख लिया आप लो जी ठीक है। सो यह हो गया साडा 15 एकम 15 ते 10 एकम 10 15 बटा 10 सो यह हो गया एक सिफर हैगा सो 1.5 हो गया ठीक है। 169 16.9 भाग 13 सो 16.9 का मतलब है 169 बटा 10 भाग 13 का मतलब है गुणा 1 बटा 13 यह भी कटदा बच्चे नूं कट लैने सो यह देखो यह हो गया तुहाडा 13 एकम 13 सो यह की बन गया 13 एकम 13 16 चो 13 गया 3 3 आ गया तो थले 9 उतारे 13 30 39 सो यह बन गया तुहाडा 13 30 39 आ गया 13 ठीक है जी। सो यह हो गया तुहाडा 13 एकम 13 ते 10 एकम 10 13 बटा 10 अर्थात 1.3 हुण आ गया 65.4 भाग 6 सो 65.4 का मतलब 654 बटा 10 ते भाग 6 का मतलब है गुणा 1 बटा 6 हुण बच्चों 6 ना भाग हुंदा कर लेने भाग सो यह हो गया बच्चों तुहाडा आ गया 6 एकम 6 ते इत्थे आ गया 6 एकम 6 फिर 5 थले लाया तो जांदा नहीं सो इस करके सिफर आ गया फिर 4 थले लाया 54 बन गया सो 6 नीम 54 हो गया 6 नीम 54 109 सो 109 एकम 109 ते 10 एकम 10 109 बटा 10 सो एक सिफर है सो 10.9 हुण आ गया दशमलव 121 भाग 11 सो दशमलव 121 का मतलब है 1 2 3 1000 ना भाग करना है 121 बटा 1000 भाग 11 का मतलब है गुणा 1 बटा 11 हुण बच्चों यह भी भाग हुंदा 11 के नाल 121 सानू पता है 11 गुणा 11 21 हुंदा है ना 11 एकम 11 सो इत्थे आ गया 11 एकम 11 ते 12 जो 11 गया 1 उत्तों लाया फिर आ गया 11 एकम 11 सो यह बन गया तुहाडा 11 एकम 11 ते 1000 गुणा 1 1000 सो 1 2 3 सो 1 2 सिफर ला के 3 हो गया ते दशमलव ठीक है। अगे चलिए हुण इत्थे दस्सिया जी बच्चों देखो 654 नूं किद्दां भाग कीता सी आपां 6 एकम 6 ते सिफर आ गया कुछ नहीं जाता हुण 5 थले लाया एक बार ला सकते हैं 5 थले लाने ते भी जाता नहीं 6 दे नाल इस करके मैनूं एक सिफर लाना पिया फिर मैं 4 थले लाया तो फिर यह जाता 9 के नाल 6 न्याय 54
ਸੋ 654 ਨੂੰ 6 ਨਾਲ ਭਾਗ ਕਰਕੇ 109 ਆਇਆ, ਜੋ ਅਸੀਂ ਪਿੱਛੇ ਹੁਣੀ ਕਰਕੇ ਆਏ ਹਾਂ। ਠੀਕ ਹੈ, ਹੁਣ ਦੇਖੀਏ 11.84 ਭਾਗ 4। ਸੋ ਇਹਦਾ ਉਹਨੇ ਕੀ ਹੋਇਆ 1184 ਬਟਾ 100 ਗੁਣਾ 1/4। ਹੁਣ ਬੱਚਿਆ 4 ਨਾਲ ਭਾਗ ਹੁੰਦਾ ਹੈ, ਇਹ ਦੇਖੋ ਇੱਥੇ ਮੈਂ ਕਰਕੇ ਦਿਖਾਤਾ, ਇੱਥੇ ਨਹੀਂ ਕੱਟਦਾ। 1184 ਭਾਗ 4, 4 ਦੂਣੀ 8, 11 ਚੋਂ 8 ਗਿਆ 3, 8 ਥੱਲੇ ਲਾਇਆ, 4 ਨਾਲ 36, 8 ਚੋਂ 6 ਗਿਆ 2, 4 ਥੱਲੇ ਲਾਇਆ, 4 6 24, अर्थात 1184 ਨੂੰ 4 ਨਾਲ ਭਾਗ ਕੀਤਾ 296 ਆ ਗਿਆ। ਸੋ 100 × 100, ਠੀਕ ਹੈ, ਇੱਥੇ ਥੱਲੇ 4 × 4 ਆ ਗਿਆ। ਸੋ 100 1 2, ਸੋ 1 2 2.96 ਆंसर आ गया। 47.6 भाग 7, ਇਹਦਾ ਮਤਲਬ ਕੀ ਹੈ 476 ਬਟਾ 10, ਕਿਉਂਕਿ 6 ਇੱਕ ਅੰਕ ਹੈਗਾ ਇੱਥੇ ਦਸ਼ਮਲਵ ਤੋਂ ਬਾਅਦ। ਸੋ ਗੁਣਾ 1/7। ਹੁਣ ਇਹ 7 ਨਾਲ ਭਾਗ ਹੁੰਦਾ, ਇੱਥੇ ਕਰਕੇ ਦਿਖਾਇਆ ਮੈਂ। 476 ਨਾਲ 7 ਨਾਲ ਭਾਗ ਕਿੱਦਾਂ ਕਰਾਂਗੇ? 7 6 42, 47 ਚੋਂ 42 ਗਿਆ 5, ਜਾਂ 7 ਚੋਂ 2 ਗਿਆ 5, 4 ਚੋਂ 4 ਗਿਆ 0, 5 आ गया, 6 थले लाया 56 हो गया। सो 7 8 56, सो 68 आ गया, 68 बटा 10, सो 6.8। ठीक है, अगे चलिए, वही सवाल है। ठीक है, अगे करते हैं। सो 3.25, ठीक है बच्चों, 3.25 भाग 0.5। ठीक है, ਹੁਣ ਦਸ਼ਮਲਵ ਨੂੰ ਦਸ਼ਮਲਵ ਦੇ ਨਾਲ ਹੀ ਹੈ ਨਾ। ਠੀਕ ਹੈ, ਦੇਖੋ ਸੋ 3.25 ਦਾ ਮਤਲਬ ਹੋ ਗਿਆ 1 2, ਸੋ 325 ਬਟਾ 100 ਭਾਗ 5 ਬਟਾ 10। ਇਹ ਦਸ਼ਮਲਵ 5 ਨੂੰ 5 ਬਟਾ 10 ਕਰਤਾ। ਹੁਣ ਗੁਣਾ ਕਰ ਦਾਂਗੇ ਤੇ 5 ਬਟਾ 10 ਬਣ ਜਾਏਗਾ 10 ਬਟਾ 5। ਸੋ 325 ਬਟਾ 100 ਗੁਣਾ 10 ਬਟਾ 5। ਹੁਣ ਦੇਖੋ ਬੱਚੇ ਕੀ ਹੋਏਗਾ ਇੱਥੇ, ਦੇਖੋ ਹੁਣ ਇਹ ਇੱਥੇ 10 ਦੇ ਨਾਲ 10 ਕੱਟ ਗਿਆ, ਇਹ 10 ਦੇ ਨਾਲ ਇੱਕ ਸਿਫਰ ਕੱਟ ਗਿਆ। ਠੀਕ ਹੈ, ਤੇ ਇੱਥੇ 5 ਨਾਲ ਇਹ ਕੱਟ ਗਿਆ, 5 × 5 ਤੇ 5 6 30 ਤੇ 5 50 25। ठीक है, सो आ गया बच्चे 65 बटा 10, सो अर्थात 6.5 आंसर आ गया। ਹੁਣ 5.4 ਭਾਗ 1.2, सो 5.4 ਦਾ ਮਤਲਬ 54 ਬਟਾ 10 ਤੇ 1.2 ਦਾ ਮਤਲਬ ਹੈ 12 ਬਟਾ 10। ਹੁਣ ਇੱਥੇ ਭਾਗ ਹੈਗਾ, ਇੱਥੇ ਗੁਣਾ ਕਰਤਾ ਤੇ ਉਹਨਾਂ ਕੀ 12 ਬਟਾ 10 ਦਾ ਬਣ ਜਾਏਗਾ 10 ਗੁਣਾ 10 ਬਟਾ 12, ਉਲਟ ਕਰਮ ਹੋ ਗਿਆ 12 ਬਟਾ 10 ਦਾ। ਹੁਣ ਬੱਚਿਓ ਦੇਖੋ 6 ਦੂਣੀ 12 ਤੇ 6 ਨਾਲ 54। ਠੀਕ ਹੈ, ਇਹ ਦੇਖੋ ਮੈਂ ਤੁਹਾਨੂੰ ਕਰਕੇ ਵੀ ਦਿਖਾ ਦਿੰਦਾ। ਇਹ ਹੋ ਗਿਆ ਬੱਚਿਓ, ਇੱਥੇ ਦੇਖੋ ਇਹ ਆ ਗਿਆ ਤੁਹਾਡਾ 6 ਨਾਲ ਕੱਟਿਆ 6 ਦੂਣੀ 12 ਤੇ ਆ ਗਿਆ ਤੁਹਾਡਾ 6 ਨਾਲ 54। ਠੀਕ ਹੈ, ਸੋ ਇਹ ਹੋ ਗਿਆ ਤੁਹਾਡਾ 9 ਗੁਣਾ ਇਹ ਤੇ 10 ਦੇ ਨਾਲ 10 ਇਹ ਵਾਲਾ ਕੱਟ ਗਿਆ ਤੁਹਾਡਾ, ਇਹ ਜਿਹੜਾ ਹੈ ਨਾ ਤੁਹਾਡਾ ਇਹ 10 ਇੰਨਾ ਕੱਟ ਗਿਆ, ਇਹ 10 ਇੰਨਾ ਕੱਟ ਗਿਆ। ਠੀਕ ਹੈ, ਸੋ ਇਹ ਕੀ ਬਣ ਗਿਆ 9 ਤੇ ਥੱਲੇ 2, 9 ਬਟਾ 2। ਹੁਣ ਜਿਹੜੇ ਬੱਚੇ ਤੁਸੀਂ 9 ਨੂੰ 2 ਨਾਲ ਭਾਗ ਕਰੋਗੇ ਤੇ ਆਂਸਰ ਆਏਗਾ 4 ਬਟਾ 5। ਇਹ ਕਿੱਦਾਂ ਆਇਆ, ਮੈਂ ਤੁਹਾਨੂੰ ਅੱਗੇ ਸਲਾਈਡ ਵਿੱਚ ਭਾਗ ਕਰਕੇ ਦਿਖਾਇਆ ਕਿ 9 ਨੂੰ 2 ਨਾਲ ਭਾਗ ਕਰਕੇ 4.5 ਕਿੱਦਾਂ ਆਇਆ ਹੈ। ਠੀਕ ਹੈ, ਇਹਦਾ ਵੈਸੇ ਹੋਰ ਤਰੀਕਾ ਵੀ ਹੈ, ਮੈਂ ਇੱਥੇ ਗੁਣਾ 5 ਕਰ ਸਕਦਾ, ਇੱਥੇ ਗੁਣਾ 5 ਤੇ ਇੱਥੇ ਗੁਣਾ 5 ਤੇ ਜਿਹਨੂੰ ਕਹਿੰਦੇ ਤੁਲ ਭਿੰਨ। ਸੋ 9 5 45 ਤੇ 2 5 10, ਸੋ 10 ਦਾ ਉਹਨੇ 1 ਸਿਫਰ, ਸੋ 4.5 ਹੋ ਜਾਏਗਾ। ਇਹ ਤਰੀਕਾ ਵੀ ਹੈਗਾ, ਪਰ ਮੈਂ ਸਿੱਧਾ ਭਾਗ ਵੀ ਕਰਦਾ ਕਿ ਛੋਟੀ ਸੰਖਿਆ ਹੈ। ਠੀਕ ਹੈ, ਹੁਣ ਆਵੇ 26.32 ਭਾਗ 3.5, 2632 ਬਟਾ 100 ਇਹਦਾ ਬਣ ਗਿਆ ਤੇ 35 ਬਟਾ 10 3.5 ਦਾ ਬਣ ਗਿਆ। ਸੋ ਭਾਗ ਨੂੰ ਗੁਣਾ ਕਰ ਦਾਂਗੇ, 35 ਬਟਾ 10 ਨੂੰ 10 ਬਟਾ 35 ਕਰ ਦਾਂਗੇ। ਸੋ 2632 ਭਾਗ 100 ਗੁਣਾ 10 ਬਟਾ 35। ਹੁਣ ਬੱਚਿਓ ਦੇਖੋ ਇਹ 7 ਨਾਲ ਭਾਗ ਹੁੰਦਾ ਹੈ, ਇਹ ਦੇਖੋ ਇਹ ਹੁੰਦਾ ਹੈ ਇੱਕ ਤੇ ਇਹ ਤੁਹਾਡਾ 1 ਸਿਫਰ ਇੰਨਾ ਕੱਟ ਗਿਆ, 1 ਸਿਫਰ ਇੰਨਾ ਕੱਟ ਗਿਆ ਤੇ ਇਹ ਤੁਹਾਡਾ ਹੋ ਗਿਆ 7 ਨਾਲ 7 50 35। ਠੀਕ ਹੈ, ਤੇ ਇਹ ਹੋ ਗਿਆ ਤੁਹਾਡਾ ਇਹ ਕੱਟ ਗਿਆ ਤੇ ਆ ਗਿਆ ਤੁਹਾਡਾ ਇਹ ਕੋ 7 21 7 21 26 ਚੋਂ 21 ਗਿਆ 5 ਥੱਲੇ 3 ਉਤਾਰਿਆ 53 ਤੇ 7 7 49। ठीक है, 53 चो 49 ਗਿਆ 4 ਤੇ ਥੱਲੇ 2 ਹੋ ਗਿਆ 7 6 42। ਸੋ ਆ ਗਿਆ ਤੁਹਾਡਾ 6 376। ਠੀਕ ਹੈ, 376 ਬਟਾ 10 ਇਹ ਵਾਲਾ ਤੇ ਥੱਲੇ 5। ਹੁਣ ਬੱਚੇ ਨੂੰ ਤੁਲ ਭਿੰਨ, ਜਿੱਦਾਂ ਮੈਂ ਹੁਣ 5 ਹੈਗਾ ਨਾ, 5 ਨੂੰ ਭਾਗ ਕਰਨ ਦੀ ਬਜਾਏ ਅਸੀਂ ਸ਼ਾਰਟਕਟ ਕਰਦੇ ਹਾਂ, ਮੈਂ ਇਹਨੂੰ ਤੁਲ ਭਿੰਨ ਵਿੱਚ ਬਦਲ ਲਾਂਗਾ। ਇਹਨੂੰ ਵੀ 2 ਨਾਲ ਗੁਣਾ ਕਰਾਂਗਾ ਉੱਤੇ ਹਰ ਨੂੰ,
बड़ी अंश ਨੂੰ ਵੀ 2 ਨਾਲ ਗੁਣਾ ਕਰਾਂਗਾ ਤੇ ਹਰ ਨੂੰ ਵੀ 2 ਨਾਲ ਗੁਣਾ ਕਰਾਂਗਾ। ਠੀਕ ਹੈ, ਤਾਂ ਮੈਂ ਇੱਥੇ ਗੁਣਾ 2 ਕਰਤਾ, ਇੱਥੇ ਵੀ 2 ਗੁਣਾ ਕਰਤਾ। ਇਹਨੂੰ ਕਹਿੰਦੇ ਤੁਲ ਭਿੰਨ, ਜੋ ਅਸੀਂ ਪਹਿਲੇ ਪੜ੍ਹ ਚੁੱਕੇ ਹਾਂ ਸਿਧਾਂਤਾਂ ਵਿੱਚ ਤੇ ਪਰਿਭਾਸ਼ਾਵਾਂ ਦੇ ਵਿੱਚ। ਹੁਣ 376 ਨੂੰ 2 ਨਾਲ ਗੁਣਾ ਕੀਤਾ ਤੇ ਬਣ ਗਿਆ 2 6 12, 2 7 14 और 1 15, 2 3 6 और 1 7, ਤੇ ਇਹ ਬਣ ਗਿਆ 5 दूनी 10, ਤੇ 10 गुना 10 हो गया 100, ਤੇ 2 ਸਿਫਰ ਆ ਗਏ ਨਾ 1 ਤੇ 2। ਠੀਕ ਹੈ, ਸੋ 1 ਤੇ 2 ਇੱਥੇ ਆ ਗਿਆ ਦਸ਼ਮਲਵ 7.52। ਇਹ ਤਰੀਕਾ ਹੈਗਾ। ਤੇ ਤੁਸੀਂ ਬੱਚਿਓ ਇਹਨੂੰ ਸਿੱਧਾ ਵੀ ਭਾਗ ਕਰ ਸਕਦੇ ਹੋ। ਜੇ ਮੈਂ 5 ਦੇ ਨਾਲ 376 ਨੂੰ ਭਾਗ ਕਰਾਂ, ਜਿਵੇਂ ਇਹ ਤਰੀਕਾ ਨਾ ਅਪਣਾਵਾਂ, ਇਹਨੂੰ ਮੈਂ ਛੱਡ ਦੇਵਾਂ, 2 ਦੇ ਨਾਲ ਗੁਣਾ ਨਾ ਕਰਾਂ ਉੱਪਰ ਥੱਲੇ, ਤੇ 5 ਨੂੰ ਮੈਂ 376 ਨਾਲ ਭਾਗ ਕਰਾਂ ਤੇ ਮੈਨੂੰ ਆਏਗਾ 75.2, ਤੇ ਥੱਲੇ 10 ਰਹਿ ਜਾਏਗਾ, ਤੇ ਥੱਲੇ 10 ਰਹਿ ਜਾਏਗਾ 75.2 ਦੇ ਕਰਕੇ ਕੀ ਹੋਏਗਾ, ਦਸ਼ਮਲਵ 5 ਤੋਂ ਇੱਥੇ ਇੱਕ ਥਾਂ ਖੱਬੇ ਖਿਸਕ ਜਾਏਗਾ। ਸੋ ਜਵਾਬ ਫਿਰ ਵੀ ਉਹੀ ਆਏਗਾ, ਚਾਹੇ ਤੁਸੀਂ ਇਸ ਢੰਗ ਨਾਲ ਕਰ ਲਓ ਜਾਂ 5 ਦੇ ਨਾਲ ਇਹਨੂੰ ਭਾਗ ਕਰੋ ਤੇ ਫਿਰ 10 ਕਰਕੇ ਦਸ਼ਮਲਵ ਨੂੰ ਇੱਕ ਖੱਬੇ ਪਾਸੇ ਖਿਸਕਾ ਦਿਓ। ਠੀਕ ਹੈ, ਆਓ ਦੇਖੀਏ, ਇਹ ਦੇਖੋ ਇੱਥੇ ਮੈਂ ਕੀਤਾ ਇੱਦਾਂ। ਇਹ ਦੇਖੋ 15 ਨੂੰ 18 ਨੂੰ 4 ਨਾਲ ਭਾਗ ਕੀਤੇ, ਇਹ ਕਿੱਦਾਂ ਆਇਆ 4.5, ਜਾਂ 9 ਨੂੰ 2 ਨਾਲ ਭਾਗ ਕੀਤੇ, ਸੋ 4 ਚੌਕ 16, 18 ਚੋਂ 16 ਗਿਆ 2, ਤੇ ਮੈਂ ਇੱਥੇ ਦਸ਼ਮਲਵ ਲਗਾਇਆ, ਮੈਂ 0 ਲੈ ਲਿਆ, ਤੇ 4 ਪੰਜੇ 20। ਠੀਕ ਹੈ, ਇੱਥੇ 18/9 ਮੈਂ 4 ਕੀਤਾ, ਤੇ ਇਹਨੂੰ 9/2 ਵੀ ਕਰ ਸਕਦਾ ਸੀਗਾ, ਉੱਥੇ ਮੈਂ ਕੱਟ ਨਹੀਂ ਹੋਇਆ ਬੱਚੇ, ਮੈਂ ਭੁੱਲ ਗਿਆ। ਇੱਥੇ ਇਹਨੂੰ ਕਰ ਦਿਓ ਤੁਸੀਂ 9, ਤੇ ਇਹਨੂੰ ਕਰ ਦਿਓ 2। ਠੀਕ ਹੈ, ਹੁਣ ਕੀ ਹੋ ਜਾਏਗਾ, 2 ਚੌਕ 8, ਹੁਣ ਮੈਂ ਇੱਥੇ 8 ਕਰ ਦਾਂਗਾ, ਤੇ 9 ਚੋਂ 8 ਗਿਆ 1, ਤੇ ਮੈਨੂੰ ਇੱਥੇ ਕਰ ਦਵਾਂ ਇੱਦਾਂ, ਇਹ 2 ਦੀ ਜਗ੍ਹਾ मैं 1 कर देव, ਇਹ 1 आ गया, ਤੇ ਥੱਲੇ ਫਿਰ 2 ਪੰਜੇ 10, ਗੱਲ ਉਹੀ ਹੋਏਗੀ। ਐਵੇਂ ਤਾਂ ਦੱਸ ਰਿਹਾ ਬੱਚੋ, ਤੁਸੀਂ ਇਹ ਗਣਿਤ ਕਰਨ ਦੇ ਕਈ ਢੰਗ ਹੈਗੇ ਨੇ। ਤਾਂ ਮੈਂ ਇੱਥੇ 18/4 ਕੀਤਾ, ਪਰ ਮੈਂ ਦੇਖਦਾ ਵੀ 2 ਨਾਲ ਹੋਏ ਕੱਟ ਜਾਣਾ ਸੀਗਾ, 2 दूनी 4, 2 ਨੀ 18। ਠੀਕ ਹੈ, ਤੇ ਇੱਥੇ ਦੇਖੋ ਜੇ ਤੁਸੀਂ 2 ਦੇ ਨਾਲ ਗੁਣਾ ਕਰਕੇ ਅੰਸ਼ ਔਰ ਹਰ ਨੂੰ ਤੁਲ ਭਿੰਨ ਨਹੀਂ ਬਣਾਉਣੀ, ਤੇ 376 ਨੂੰ 5 ਨਾਲ ਭਾਗ ਕੀਤੇ 75.2 ਆਉਂਦਾ। ਇੱਦਾਂ ਇਹ ਦੇਖੋ 5 7 35, 7 ਚੋਂ 5 2, 6 ਥੱਲੇ ਲਾ ਲਿਆ, 5 5 25, ਹੁਣ 1 ਆ ਗਿਆ, ਹੁਣ 1 ਨਹੀਂ ਜਾਂਦਾ, ਤੇ ਮੈਂ ਦਸ਼ਮਲਵ ਲਾਇਆ ਇੱਥੇ, ਤੇ ਮੈਂ ਸਿਫਰ ਲੈ ਲਿਆ, ਸੋ 5 दूनी 10, ਹੁਣ ਆ ਗਿਆ ਨਾ 75.2, ਤੇ 75.2 ਦੇ ਥੱਲੇ 10 ਆਉਣਾ ਸੀਗਾ, ਤੇ 10 ਕਰਕੇ 5 ਤੋਂ ਜਿਹੜਾ ਦਸ਼ਮਲਵ 5 ਤੋਂ ਬਾਅਦ ਹੈਗਾ, ਉਹ 7 ਤੋਂ ਬਾਅਦ ਆ ਜਾਏਗਾ, ਖੱਬੇ ਪਾਸੇ ਖਿਸਕ ਜਾਏਗਾ। ਠੀਕ ਹੈ, ਅੱਗੇ ਚਲੀਏ। ਦਸ਼ਮਲਵ ਸੰਖਿਆ ਨੂੰ ਦਸ਼ਮਲਵ ਸੰਖਿਆ ਨਾਲ ਭਾਗ ਕਰਕੇ ਹੱਲ ਕਰੋ। ਇਹ ਅਗਲਾ ਆ ਗਿਆ 2.73 ਭਾਗ 13, ਸੋ ਇਹਦਾ ਬਣ ਗਿਆ 2.73 ਨਾਲ 273/100, ਤੇ ਭਾਗ ਦਾ ਹੋ ਜਾਏਗਾ ਭਾਗ 13 ਦਾ ਗੁਣਾ 1/13। ਹੁਣ ਬੱਚਿਓ 13 दूना 26 ਤੇ 13 ਤੀਆ, ਇਹ 13 ਏਕਮ 13, ਇਹ ਭਾਗ ਹੁੰਦਾ ਰਿਹਾ 13 दूना 26, 27 ਚ 26 ਗਿਆ 1, 3 ਥੱਲੇ ਲਾਇਆ, 13 ਏਕਮ 13 ਅਰਥਾਤ 21/100। ਸੋ ਦੋ ਸਿਫਰ ਨੇ, ਸੋ 1 2 ਦਸ਼ਮਲਵ 2 1 ਜਵਾਬ ਆ ਗਿਆ। ਅੱਗੇ ਚਲੀਏ, 12.321 ਭਾਗ 11.1। ਠੀਕ ਹੈ, ਸੋ ਇਹ ਬੱਚਿਓ ਕੀ ਬਣ ਗਿਆ, ਇਹ ਦਸ਼ਮਲਵ ਹਟਾਇਆ, ਇੱਥੇ 1 2 3, 3 ਤੋਂ ਬਾਅਦ ਮਤਲਬ ਕਿ 3 ਤੋਂ ਪਹਿਲਾਂ ਦਸ਼ਮਲਵ ਤੋਂ ਬਾਅਦ 3 ਅੰਕ ਨੇ, ਸੋ ਇਹਨੂੰ 1000 ਨਾਲ ਭਾਗ ਕਰਾਂਗੇ, ਸੋ 12,321/1000 ਭਾਗ 111/10, ਤੇ ਇਹਦਾ ਮਤਲਬ ਕੀ ਹੋਇਆ ਕਿ ਭਾਗ ਨੂੰ ਕਰਕੇ ਕਰ ਦਾਂਗੇ ਗੁਣਾ, ਤੇ 111/10 ਨੂੰ ਕਰ ਦਾਂਗੇ 10/111। ਠੀਕ ਹੈ, ਸੋ ਇਹ ਬੱਚਿਓ ਕੱਟ ਗਿਆ ਤੁਹਾਡਾ, ਇਹ ਕੱਟ ਜਾਏਗਾ, 10 ਨਾਲ 10 ਕੱਟ ਗਿਆ ਇੱਥੇ। ਠੀਕ ਹੈ, 1 ਸਿਫਰ ਤੋਂ ਕੱਟਿਆ ਗਿਆ, ਤੇ 111 ਇਹਨਾਂ ਭਾਗ ਹੋ ਜਾਂਦਾ ਹੈ, ਤੁਹਾਨੂੰ ਕਰਕੇ ਦਿਖਾਵਾਂਗੇ ਅੱਗੇ ਆਏਗਾ। ਸੋ ਜਿਲੇ ਤੁਸੀਂ 12,321 ਨੂੰ 111 ਨਾਲ ਭਾਗ ਕਰਦੇ ਹੋ, ਤੇ ਸਾਨੂੰ 111 ਮਿਲਦਾ ਹੈ, ਤੇ ਥੱਲੇ 2 ਸਿਫਰ ਰਹਿ ਗਏ ਕਿਉਂਕਿ 1 ਇਹਨਾਂ ਕੱਟਿਆ ਗਿਆ, ਸੋ 2 ਸਿਫਰ ਰਹਿ ਗਏ, 1 2, ਸੋ 1 2 1.11। ਠੀਕ ਹੈ, ਫਿਰ ਆ ਗਿਆ ਦਸ਼ਮਲਵ 0018 ਭਾਗ ਦਸ਼ਮਲਵ 15, ਹੁਣ 1 2 3 4। ਠੀਕ ਹੈ, ਸੰਖਿਆ ਤੋਂ ਜਿਹੜੇ ਅਸੀਂ ਦਸ਼ਮਲਵ ਹਟਾ ਦੇਵਾਂਗੇ, ਤੇ ਸੰਖਿਆ ਤੋਂ ਪਹਿਲੇ ਵਾਲੇ ਜਿਹੜੇ ਸ਼ੁਰੂ ਦੇ ਸਿਫਰ ਨੇ ਉਹਦੀ ਕੋਈ ਲੋੜ ਨਹੀਂ ਰਹਿ ਜਾਂਦੀ, ਤੇ ਇਹ ਬਣ ਜਾਏਗਾ 18/10,000 ਭਾਗ 15/100। ਸੋ ਇਹਨੂੰ ਗੁਣਾ ਕੀਤਾ, ਇਹਨੂੰ ਗੁਣਾ ਕੀਤਾ, ਤੇ ਇਹ ਬਣ ਗਿਆ 100/15। ਹੁਣ ਕੀ ਹੋਇਆ ਬੱਚਿਓ, ਇਹ ਤੁਹਾਡਾ ਜਿਹੜਾ ਸੀਗਾ 100, ਇਹਨੇ ਇਹਨੂੰ 2 ਸਿਫਰ ਕੱਟ ਦਿੱਤੇ, ਇਹ 2 ਸਿਫਰ ਕੱਟੇ ਗਏ। ਠੀਕ ਹੈ, ਤੇ ਇਹ ਜਿਹੜਾ ਸੀਗਾ ਇਹ 3 ਨਾਲ ਭਾਗ ਹੁੰਦਾ, ਇਹ ਦੇਖੋ ਇਹ ਹੋ ਗਿਆ 3 5 15,
ਤੇ ਆ ਗਿਆ 3 ਛਿਕ 18। ठीक है, सो आ गया 6 एकम 6 ਤੇ 5 ਗੁਣਾ 10। ਹੁਣ ਬੱਚੇ ਮੈਂ ਕੀ ਕੀਤਾ, ਇਹਨੂੰ ਤੁਲ ਭਿੰਨ ਵਿੱਚ ਬਦਲ ਲਿਆ, ਕਿਉਂਕਿ ਤੇ 5 ਹੈਗਾ ਨਾ, ਤੇ ਮੈਂ ਦੇਖਦਾ 5 ਨੂੰ ਜਿਹੜੇ 2 ਨਾਲ ਗੁਣਾ ਕਰੀਦਾ ਹੈ ਤੇ ਮੈਨੂੰ 10 ਮਿਲ ਜਾਂਦਾ, ਥੱਲੇ ਸਿਫਰ ਆ ਜਾਂਦੇ ਨੇ। ਸੋ ਮੈਂ ਹਰ ਅੰਸ਼ ਨੂੰ ਵੀ 2 ਨਾਲ ਗੁਣਾ ਕਰਤਾ ਤੇ ਹਰ ਨੂੰ ਵੀ 2 ਨਾਲ ਗੁਣਾ ਕਰਤਾ। ਜਦੋਂ ਵੀ 5 ਥੱਲੇ ਆ ਜਾਏ ਤੇ ਤੁਸੀਂ ਉੱਤੇ ਥੱਲੇ ਦੋਨਾਂ ਨੂੰ 2 ਦੇ ਨਾਲ ਗੁਣਾ ਕਰ ਦਵੋ। ਸੋ ਬਣ ਗਿਆ 6 दूनी 12 ਤੇ 5 दूनी 10। 10 ਨੂੰ 100 ਨਾਲ ਗੁਣਾ ਕੀਤਾ ਤੇ 1000 ਹੋ ਗਿਆ। ਹੁਣ कितना सौखा हो गया, 1 2 3। सो 1 2 सिफर वागे 3 ਤੇ ਇੱਥੇ ਆ ਗਿਆ ਦਸ਼ਮਲਵ 0 1 2। ठीक है, ਅੱਗੇ ਚਲੀਏ। ਇਹ ਦੇਖੋ ਬੱਚੋ, ਇਦਾਂ ਗੁਣਾ ਕੀਤਾ ਸੀ 12321 ਨੂੰ 111 ਦੇ ਨਾਲ। ਸੋ 111 एकम 111, 3 ਚੋਂ 1 ਗਿਆ 2, 2 ਚੋਂ 1 ਗਿਆ 1। ठीक है, ਤੇ 2 ਮੈਂ ਥੱਲੇ ਲਾ ਲਿਆ। ਹੁਣ 111 एकम 111, ਸੋ 2 ਚੋਂ 1 ਗਿਆ 1, 2 ਚੋਂ 1 ਗਿਆ 1, 1 ਮੈਂ ਥੱਲੇ ਲਾਇਆ, ਫਿਰ 111 ਆ ਗਿਆ। ਸੋ 111 एकम 111। ਸੋ 12321 ਨੂੰ ਜਿਹੜੇ 111 ਨਾਲ ਭਾਗ ਕਰਦੇ ਹਾਂ ਤੇ ਭਾਗਫਲ ਆਉਂਦਾ 111, ਜੋ ਅਸੀਂ ਕੀਤਾ ਪਹਿਲੇ। ਠੀਕ ਹੈ, ਹੁਣ ਅੱਛਾ ਬੱਚੇ ਪ੍ਰੈਕਟੀਕਲ ਸਵਾਲ ਆ ਗਏ। ਕਹਿੰਦੇ ਇੱਕ ਸਕੂਲ ਨੇ 25 ਸਟੀਲ ਦੀਆਂ ਕੁਰਸੀਆਂ ਰੁਪਏ 11,883.75 ਵਿੱਚ ਖਰੀਦੀਆਂ। ਸਟੀਲ ਦੀ ਇੱਕ ਕੁਰਸੀ ਦਾ ਮੁੱਲ ਪਤਾ ਕਰੋ। ठीक है, सो हल कितना करना बच्चों, 25 कुर्सियों का मुल बराबर 11,883 रुपये 75 पैसे या 883.75 रुपये। ठीक है बच्चों, यह है 25 कुर्सियों की कीमत। इसलिए एक कुर्सी का मुल कटना है। सो एक कुर्सी का मुल कटने की करता 25 ना भाग कर देंगे इनू, तो सानू 25 का जिदा पहला असी 2.6 अभ्यास के असी गुणा के सवाल किए, सारे भाग के सवाल हो गए। ठीक है, इसलिए एक कुर्सी का मुल हो गया 11,883.75 भाग 25। हम भाग वाला सवाल आ गया जो करके आए ऊपर। सो इन बच्चों इन दशमलव हटा के असी थले 100 कर देंगे, क्योंकि 1 ते 2 अंक ने दशमलव तो बाद। सो यह बन गया बच्चों इकाई, दहाई, सैकड़ा, हज़ार, 10,000, लख, 10 लाख, 11,88,375/100 ते गुणा 25 है ना। देखो भाग 25 है ना, सो भाग का कर देंगे गुणा, तो 25 का कर देंगे 1/25, 1/25। हम बच्चों तुहानू 25 का पहाड़ा याद होना चाहिए। मैं तुहानू भाग करके भी दसांगा। 25 का पहाड़ा बड़ा सौखा है। 25 एकम 25, 25 दूना 50, 25 दिया 75, 25 चौक 100, 25 पंजे 125, 25 चीक 150, 25 सत्ते 175, 25 अठे 200, 25 नाए 225, 25 दसे 250। सो 25 का पहाड़ा बड़ा ही सौखा है, तो तुसीं इहनूं करना है। देखो 25 का एकम 25 हो गया, इत्थे 25 एकम 25 हो गया बच्चों। सो आ गया 118 ने, 25 चौक 100, को 4 आया, इत्थे 4 आ गया। सो 118 चो 100 गया 18, सो 18 ते फिर मैं 8 थले ला लिया 178, 188 आ गया। तो फिर मैं कहता 25 सत्ते 175, 25 सत्ते 175, 188 चो 175 गया तो 13 आ गया, तो 3 थले लाया 133 हो गया। 25 पंजे 125, 133 तो 125 गया 8, मैं 7 थले लाए, सो 87 आ गया। सो 25 दिया 75, 25 दिया 75, 87 सौ 75 गया 12, थले लाए 5, 125 हो गया। 25 पंजे 125, देखो यह तुम भाग करके दसांगा भी अगे। सो 47,535, थले 2 सिफर आ गए। सो मैं 2 सिफर 1 2, 475 रुपये 35 पैसे मुल आ गया। सो 100 एक कुर्सी का मुल बराबर 475.35 रुपये या 475 रुपये 35 पैसे। हुण बच्चों तुहानूं दिखाना कि मैं 25 ना भाग किद्दां कीता। बड़ा सौखा है बच्चों, मैं फिर बोलदा 25 एकम 25, 25 दूना 50, 25 ते 75, 25 चौके 100, 25 पंजे 125, 25 छे 150, 25 सत्ते 175, 25 अठे 200, 25 नाए 225, 25 दसे 250। है देखो 118, 25 चौक 100। ठीक है, हुण की होगा 118 चो 100 गया 18, 8 थले लाया, 25 सत्ते 175, 175, 8 चो 5 गया 3, 8 चो 7 गया 1, 3 थले लाया। हूँ 25 पंजे 125। ठीक है, सो 133 तो 25 गया 8, 7 थले लाया, 25 दिया 75, 7 चो 5 गया 2, 8 चो 7 गया 1, 5 उत्तों थले लाया। ठीक है, 125, सो 25 पंजे 125। सो बच्चे 25 का पहाड़ा तो बड़ा ही सौखा है। वैसे तुम एक तरीका भी कर सकते हो, वो मैं इतने नहीं दसिया तुहानूं। जिद्दां मैं 5 जिथे थले आया, हर दे विच 5 आया, मैं 2 नाल गुणा किया, जिथे 25 आ जाए
ਉੱਥੇ ਤੁਸੀਂ 4 ਨਾਲ ਗੁਣਾ ਕਰਨਾ, 25 ਚੌਕਾ 100, ਉਹਨਾਂ ਹਰ ਦੇ ਵਿੱਚ 2 ਸਿਫਰ ਆ ਜਾਣਗੇ ਤੇ ਤੁਸੀਂ 4 ਪਰ ਕਿਉਂਕਿ ਬੱਚਿਓ ਇਹ ਸੰਖਿਆ ਉੱਪਰਲੀ ਬਹੁਤ ਵੱਡੀ ਸੀਗੀ, ਇਹਨੂੰ 4 ਨਾਲ ਗੁਣਾ ਕਰਨਾ ਪੈਣਾ ਸੀਗਾ ਤੇ 25 ਨੂੰ 4 ਨਾਲ ਗੁਣਾ ਕਰਨਾ ਪੈਣਾ ਸੀਗਾ। ਸੋ ਜੋ ਇਹ ਆਣਾ ਸੀਗਾ ਉਹ ਇੱਥੇ ਇਹ ਆ ਜਾਣਾ ਸੀਗਾ ਗੁਣਾ ਕਰਕੇ, ਠੀਕ ਹੈ। ਸੋ ਇਸ ਤਰ੍ਹਾਂ ਮਤਲਬ ਕਿ ਵੀ ਕਰ ਸਕਦੇ, ਜਿੱਦਾਂ 5 ਨੂੰ 2 ਨਾਲ ਗੁਣਾ ਕਰੋ 10 ਆ ਜਾਂਦਾ ਹੈ, 25 ਨੂੰ 4 ਨਾਲ ਗੁਣਾ ਕਰੋ 100 ਆ ਜਾਂਦਾ ਹੈ, ਪਰ ਕਿਉਂਕਿ ਇਹ ਸੰਖਿਆ ਬਹੁਤ ਵੱਡੀ ਸੀ, 4 ਨਾਲ ਇਹਨਾਂ ਗੁਣਾ ਕਰਨਾ ਸੀ ਤੇ 25 ਦਾ ਪਹਾੜਾ ਸੌਖਾ ਹੈ, ਇਸ ਕਰਕੇ ਮੈਂ ਇਸ ਢੰਗ ਦੇ ਨਾਲ ਇਹ ਸਵਾਲ ਕੀਤਾ ਹੈ, ਠੀਕ ਹੈ। ਅੱਗੇ ਚਲੀਏ, ਪੰਜਵਾਂ ਸਵਾਲ ਆ ਗਿਆ, ਇੱਕ ਕਾਰ 4.5 ਘੰਟਿਆਂ ਵਿੱਚ 276.75 ਕਿਲੋਮੀਟਰ ਦੂਰੀ ਤੈਅ ਕਰਦੀ ਹੈ, ਕਾਰ ਦੀ ਔਸਤ ਗਤੀ ਕੀ ਹੈ। ਬੜਾ ਸੌਖਾ ਸਵਾਲ ਹੈ ਤੇ ਬੜਾ ਮਹੱਤਵਪੂਰਨ ਹੈ, ਬੜਾ ਪ੍ਰੈਕਟੀਕਲ ਹੈ। ਸੋ ਕਹਿੰਦੇ ਕਾਰ ਦੁਆਰਾ ਤੈਅ ਕੀਤੀ ਦੂਰੀ ਬਰਾਬਰ 276.75 ਕਿਲੋਮੀਟਰ ਦਿੱਤਾ ਹੋਇਆ ਬੱਚਿਓ। ਦੂਰੀ ਤੈਅ ਕਰਨ ਲਈ ਲੱਗਾ ਸਮਾਂ ਕਿੰਨਾ, 4.5 ਘੰਟੇ। ਹੁਣ ਤੁਸੀਂ ਬੱਚਿਓ ਇਹਨੂੰ ਰੱਟਾ ਲਾਣਾ ਹੈ, ਇਹਨੂੰ ਗਤੀ ਬਰਾਬਰ ਦੂਰੀ ਭਾਗ ਸਮਾਂ, ਇਹਨੂੰ ਰੱਟਾ ਲਾ ਲਓ। ਇਹ ਤੁਹਾਨੂੰ ਮੂੰਹ ਤੇ ਚੜਿਆ ਹੋਣਾ ਚਾਹੀਦਾ ਫਾਰਮੂਲਾ, ਇਹਨੂੰ ਕਹਿੰਦੇ ਸੂਤਰ ਜਾਂ ਫਾਰਮੂਲਾ। ਗਤੀ ਬਰਾਬਰ ਦੂਰੀ ਭਾਗ ਸਮਾਂ। ਸੋ ਦੂਰੀ ਕਿੰਨੀ ਹੈ 276.75, ਭਾਗ ਦਾ ਨਿਸ਼ਾਨ ਲਾਤਾ ਤੇ ਸਮਾਂ ਕਿੰਨਾ ਹੈ 4.5 ਘੰਟੇ। ਹੁਣ ਬੱਚਿਆ ਸਵਾਲ ਕੀ ਬਣ ਗਿਆ, ਦੇਖੋ ਦਸ਼ਮਲਵ ਸੰਖਿਆ ਦਾ ਦਸ਼ਮਲਵ ਸੰਖਿਆ ਦੇ ਨਾਲ ਭਾਗ, ਹੋਰ ਕੁਝ ਨਹੀਂ ਹੈਗਾ, ਪਰ ਇਹ ਪ੍ਰੈਕਟੀਕਲ ਚੀਜ਼ ਹੈ। ਸੋ ਦਸ਼ਮਲਵ ਇੱਥੋਂ ਹਟਾਇਆ, ਸੋ ਇਹ ਬਣ ਜਾਏਗਾ 27,675/100, 27,675/100 ਤੇ 4.5 ਦਾ ਬਣਿਆ 45/10। ਸੋ ਇਹਨੂੰ ਭਾਗ ਨੂੰ ਹਟਾਵਾਂਗੇ, ਗੁਣਾ ਕਰਾਂਗੇ ਤੇ 45/10 ਬਣ ਜਾਏਗਾ 10/45। ਸੋ ਗੁਣਾ 10/45, ਠੀਕ ਹੈ ਬੱਚਿਓ। ਸੋ ਇਹ ਬੱਚਿਓ ਸਾਡਾ ਇਹ ਕੱਟ ਜਾਏਗਾ, ਇਹ ਕੱਟ ਗਿਆ, ਇਹ 1 10 ਦੇ ਨਾਲ 1 0 ਕੱਟ ਗਿਆ ਤੇ ਅਸੀਂ ਦੇਖਦੇ ਹਾਂ ਬੱਚਿਓ ਇਹ ਜਿਹੜੀ ਚੀਜ਼ ਹੈ ਇਹ 45 ਨਾਲ ਭਾਗ ਹੋ ਜਾਂਦੀ ਹੈ, ਮਤਲਬ ਕਿ ਠੀਕ ਹੈ 276/75 ਜਿਹੜਾ 45 ਨਾਲ ਭਾਗ ਹੁੰਦਾ ਹੈ ਤੇ ਆਦਾ 615/10। ਇਹ ਹੁਣ ਇੱਕ ਕਰਕੇ ਦਿਖਾ ਦਾਂਗੇ ਤੁਹਾਨੂੰ ਕਿੱਦਾਂ ਭਾਗ ਹੋਇਆ। ਸੋ ਇੱਕ 0 ਰਹਿ ਗਿਆ, ਸੋ 1 0 ਇੱਥੇ ਆ ਗਿਆ, ਅਰਥਾਤ 5 ਤੋਂ ਪਹਿਲਾਂ ਆ ਗਿਆ 61.5। ਸੋ ਕਾਰ ਦੀ ਔਸਤ ਗਤੀ ਬਰਾਬਰ 61.5 ਕਿਲੋਮੀਟਰ ਪ੍ਰਤੀ ਘੰਟਾ। ਇਹ ਕਿਲੋਮੀਟਰ ਜ਼ਰੂਰ ਲਿਖਣਾ ਤੇ ਪ੍ਰਤੀ ਘੰਟਾ ਵੀ ਲਿਖਣਾ, ਜੇ ਇਹ ਨਹੀਂ ਲਿਖੋਗੇ ਤੇ ਨੰਬਰ ਕੱਟੇ ਜਾਣਗੇ। ਸੋ ਉਹਦੀ ਗਤੀ ਹੈਗੀ ਹੈ 61.5 ਕਿਲੋਮੀਟਰ ਪ੍ਰਤੀ ਘੰਟਾ, ਠੀਕ ਹੈ। ਅੱਗੇ ਚਲੀਏ, ਇਹ ਦੇਖੋ ਇੱਦਾਂ ਭਾਗ ਕੀਤਾ ਬੱਚਿਓ, 27,675 ਨੂੰ 45 ਨਾਲ ਭਾਗ ਕੀਤਾ, 45 6 ਜਿੱਦਾਂ 90 90 90 180 ਤੇ 180 ਔਰ 90 ਤੁਹਾਡਾ ਹੋ ਗਿਆ 270, ਠੀਕ ਹੈ। ਸੋ 6 ਆ ਗਿਆ ਇੱਥੇ 67, 45 ਏਕਮ 45, 7 ਚੋਂ 5 ਗਿਆ 2, 6 ਚੋਂ 4 ਗਿਆ 2, 5 ਥੱਲੇ ਲਾਇਆ। ਸੋ 45 ਗੁਣਾ 5 225, 5 5 25, 5 20 ਔਰ 2 22। ਸੋ ਇਸ ਤਰ੍ਹਾਂ ਬੱਚਿਓ ਇਹਨੂੰ 45 ਨਾਲ ਭਾਗ ਕਰਕੇ ਸਾਨੂੰ 615 ਮਿਲਿਆ, ਥੱਲੇ 10 ਸੀਗਾ। ਸੋ 61.5 ਜਿਹੜਾ ਸੀਗਾ ਉਹ ਸਾਡਾ ਜਵਾਬ ਆ ਗਿਆ, ਠੀਕ ਹੈ। ਅੱਗੇ ਚਲੀਏ, ਆਖਰੀ ਸਵਾਲ 2 ਆ ਗਏ ਛੋਟੇ ਛੋਟੇ ਬਹੁ ਵਿਕਲਪੀ ਪ੍ਰਸ਼ਨ। 27.5 ਨੂੰ 10 ਨਾਲ ਭਾਗ ਕੀਤਿਆਂ ਬੱਚੋ, ਜਦੋਂ ਭਾਗ ਕਰਦੇ ਹਾਂ ਤੇ 10 ਦੇ ਨਾਲ ਤੇ ਫਿਰ ਕੀ ਹੁੰਦਾ ਹੈ, ਇਹ ਦਸ਼ਮਲਵ ਬਿੰਦੂ ਜਿਹੜਾ ਹੈ ਖੱਬੇ ਪਾਸੇ ਇੱਕ ਥਾਂ ਖਿਸਕ ਜਾਂਦਾ ਹੈ, ਅਰਥਾਤ ਇਹ ਇੱਥੋਂ ਦੀ ਇੱਥੇ ਆ ਜਾਏਗਾ 2.75। ਸੋ ਜਵਾਬ ਸਾਡਾ ਹੈ 2.75। ਤੇ ਜੇ ਇਦਾਂ ਕਰਕੇ ਦੇਖਣਾ ਸਮਝਣਾ ਹੈ, ਸੋ 27.5 ਦਾ ਮਤਲਬ 275/10 ਤੇ ਭਾਗ ਨੂੰ ਕਰ ਦਾਂਗੇ ਗੁਣਾ ਤੇ 10 ਨੂੰ ਕਰ ਦਾਂਗੇ 1/10। ਥੱਲੇ ਹੁਣ ਸਾਡੇ ਹੋ ਗਏ 2 0 1 ਤੇ 2, ਸੋ 1 2 2.75 ਇਦਾਂ ਸਾਡਾ ਜਵਾਬ ਇਹ ਵਾਲਾ ਆਇਆ ਹੈ। ਅੱਗੇ ਚਲੀਏ, ਕਹਿੰਦੇ 1.5 ਭਾਗ 3 ਦਾ ਮੁੱਲ ਹੈ ਬੱਚਿਓ 3 5 15 ਤੇ 1 ਖੱਬੇ ਹੈਗਾ, ਸੋ 0.5 ਇਹ ਸਾਡਾ ਫਾਰਮੂਲਾ, ਇਹ ਸਾਡਾ ਆਨਸਰ ਹੈ। ਆਇਆ ਕਿਦਾਂ 1.5 ਭਾਗ 3, 1.5 ਦਾ ਮਤਲਬ 15/10 ਤੇ ਭਾਗ ਦਾ ਮਤਲਬ ਭਾਗ 3 ਦਾ ਮਤਲਬ ਗੁਣਾ 1/3 ਤੇ ਇਹ ਆ ਗਿਆ ਬੱਚਿਓ। ਇਹ ਦੇਖੋ ਇਦਾਂ ਕਰਾਂਗੇ, ਇਹਨੂੰ ਇਦਾਂ ਕਰਾਂਗੇ, ਇਹ ਸਾਡਾ ਹੋ ਗਿਆ 3 ਏਕਮ 3 ਤੇ ਹੋ ਜਾਏਗਾ 3 5 15। ਸੋ ਇਹ ਹੋ ਜਾਏਗਾ ਬੱਚਿਓ 5 ਏਕਮ 5 ਤੇ 10 ਏਕਮ 10, 5/10। ਸੋ 1 0 ਹੈਗਾ, ਸੋ 1 0 ਇੱਥੇ ਆ ਜਾਏਗਾ। ਸੋ 0.5 ਸਾਡਾ ਆਨਸਰ ਆ ਗਿਆ, ਠੀਕ ਹੈ। ਅੱਗੇ ਚਲੀਏ, ਕਹਿੰਦੇ ਸੰਖਿਆਵਾਂ 1.1 2.1 ਅਤੇ 3.1 ਦੀ ਔਸਤ ਕੀ ਹੈ। ਔਸਤ ਬੱਚੇ ਕੀ ਹੁੰਦਾ, ਜਿੰਨੇ ਪ੍ਰੇਖਣ ਹੋਣ, ਜਿੰਨੀ ਆਬਜ਼ਰਵੇਸ਼ਨ ਹੋਣ, ਜਿੰਨੀਆਂ ਐਂਟਰੀਆਂ ਹੋਣ, ਉਹ ਸਾਰਿਆਂ ਨੂੰ ਜੋੜ ਦਿਓ ਤੇ ਜਿੰਨੀਆਂ ਸੰਖਿਆਵਾਂ ਨੇ ਉਹਨੇ ਨਾਲ ਗੁਣਾ ਕਰ ਦਿਓ।
यह इदा जवाब इदा कढ़ना है। देखो 1.1 जमा 2.1 जमा 3.1 भाग 3। भाग 3 क्यों किया? क्योंकि एक संख्या ए वाली है, दूजी ए वाली है, तीजी ए वाली। जे 4 होंदियां तो 4 ਨਾਲ भाग करना सी, जे 5 होंदियां तो 5 ਨਾਲ भाग करना। सो जिन्नियां संख्यावां ने उन्होंने जोड़ के जिन्नियां संख्यावां ने उन्होंने भाग करना। सो इनू जोड़िया जिले तो 6.6.3 आया, भाग 3 रहा। सो यह दशमलव इत्थे है, दशमलव हटाता तो 63/10 बन गया, क्योंकि दशमलव हटा के असीं इत्थे 10 लिख सकते हैं थल्ले। सो इनू 3 ਨਾਲ भाग किया, 3 ਨਾਲ भाग होंदा है वाला, 3 एकम 3, 3 दूनी 6, 3 एकम 3, ठीक है। सो यह बन गया 21 एकम 21, तो यह हो गया कला 10 एकम 10, 21/10। सो 2.1 यह आ गया साडा जवाब सी, 2.1। आखिरी सवाल बच्चे है वाला, एक दशमलव संख्या नूं 100 नाल भाग करन ते दशमलव बिंदु खब्बे पासे वल एक स्थान खिसकदा है, यह बच्चों गलत है। तो तुसीं पुछो जी गलती की है। सो इत्थे 100 विच 2 सिफर ने, 1 ते 2, तो गलती है वे कि इन्होंने लिखे एक स्थान, एक स्थान नहीं 2 स्थान। जे इत्थे 100 की जगह 10 हुंदा फिर साडा कथन ठीक होना सी, पर क्योंकि इत्थे 100 हैगा तो इत्थे या तो इत्थे 1 होवे ते इत्थे 10 होवे, तां कथन सही होएगा। तो जे इत्थे 100 रखना है तो फिर 1 की जगह 2 लिखो, तां सही होएगा। क्योंकि 100 दे नाल भाग कीतियां दशमलव बिंदु 2 स्थान खब्बे पासे वल खिसकदा है। सो खब्बे पासे तो इन्होंने गल सही लिखी है, पर इन्होंने गलती करती 1, क्योंकि इत्थे 100 हैगा। सो जिथे 2 सिफर होण उत्थे 2 स्थान खिसकेगा, जिथे 1 सिफर होवे 1 स्थान खिसकेगा, जिथे 1000 होवे 3 सिफर होण उत्थे 3 स्थान खिसकेगा। सो इत्थे 100 होवे 2 सिफर ने, इत्थे 1 हैगा। सो यह जवाब, यह आंसर जिहड़ा, यह कथन जिहड़ा है, स्टेटमेंट है, यह बयान गलत है। सो यह जवाब है गलत। सो प्यारे विद्यार्थियों, सो साडा इस वीडियो दे नाल पाठ नंबर 2 पूर्ण तौर पर समाप्त होंदा है। तो मैं आस करदा तुसीं इस पाठ नूं चंगी तरह समझ लिया होएगा ते सारे सवालों नूं तुसीं अपने आप जरूर कर लिया होएगा। इस तो बाद असीं जिहड़ा अगला अभ्यास है पाठ नंबर 3 या 4 जिहड़ा भी मैनूं ठीक लगेगा पहलां करना। जे तुहानूं दसना तुहानूं अगली क्लास विच किहड़े सवाल कराए जा रहे हैं तो मैनूं दस देना, मैं पहले वो कर देवांगा, नहीं तो मैं अपने हिसाब दे नाल फिर करांगा। सो तुसीं इसी तरह नेम दे नाल अनुशासन दे नाल मन लगा के अपनी पढ़ाई करी चलो। ते अगले वीडियो तक लई गुड बाय। तुहाडा सारिआं दा बहुत बहुत धन्नवाद। रब रखा। थैंक यू वेरी मच।